सतगुर सिमरंत नयन के तिमर मिटै खिन। जेहि सतगुर सिमरंत हृदय हर नाम दिनों दिन। जेहि सतगुर सिमरंत जी की तपत मिटावै। जेह सतगुर सिमरंत रिध सिध नौनिध पावै। सोई रामदास गुर बल भण मिल सत संगत धन धन करहो। जित सतगुर लग प्रभ पाइयै सो सतगुर सिमरहु नरहु। हम अवगुण भरे एक गुण नाही। अमृत छाड़ बिख बिख खाही। माया मुह परम पै भूले। सुत दारा स्यों प्रीत लगाई। एक उत्तम पंथ सुनियो गुर संगत। तिह मिलंत जम त्रास मिटाई। एक अरदास पाठ कीरत की गुर रामदास राखो शरणाई। हाँ जी। राग सूरी महला चौथा घर पहला। एक ओंकार सतगुर प्रसाद। मन राम नाम आराध्या। गुर शब्द गुरु गुर के। सब इच्छा मन तन पूरिया। सब चूका डर जम के। साहिब सतगुरु श्री गुरु ग्रंथ साहब महाराज जी की पावन हजूरी अंदर संध्या वेले दे दीवाना की हाज़री भरते परम सन्मानयोग सत्संगी जिनों काफ़ी समय दे दिनों तो बाद आप संगतां दे चरण परसन का सुभाग मिलिया है। धन सतगुरु जी का शुकराना आप संगतां दी चरण परसन दी सतगुरु जी ने सुभागी घड़ियाँ फिर तो बख्शियाँ ने। वटभाग महसूस करता है दास आप असीस बख्शो। आओ जी सूही राग पिछले दिन असी आरंभिया सी। जेड़े पिछले दीवाना दे विच गैर हाजिर रहे उन्हां लई ज्ञान लई अर्ज करा, उन्हां दे ज्ञात लई अर्ज करा कि सूहा रंग होंदा है गूढ़ा और सूहे रंग तो ही इस राग का नाम सूही मनिया जाता है। कान सिंह नाभा भी इसका जिक्र करते हैं और तकरीबन इस बाणी दे शब्द भी इस राग दे अंदर जिहड़े दर्ज हर नामा हर रंग है हर रंग मजीठा ये वाले शब्द तुहानू तकरीबन रंग वाले अज भी तुहानू कई तरह के शब्द ऐसे पढ़न नू विचारन नू मिलणगे जिहड़े सीधा सीधा प्रभु के रंग विच रंगीचे हुए ने कि गुरु का रंग किवें चढ़े मन दे उत्ते इस मन रूपी मैले कपड़े दे। क्योंकि मन जिन्ना चिर तक कोरा है उन्ना चिर तक परमात्मा का रंग नहीं चढ़ सकता। एक कपड़े की तरह है। असी घर दे विच लख कोशिशां करिए एक भांडे च पानी पाइए पानी नू जिन्ना मर्जी उबाल लईए पानी नू उहदे विच रंग पा के कोरे कपड़े नू पा दईए ते लख जतन करन तो बाद भी वो रंग नहीं चढ़ सकता पक्का। क्योंकि जिन्ना चिर तक कपड़े ते पहला पान ना चढ़ाई जाए तां तक वो कपड़ा रंगीचिया नहीं जा सकता। ते अज दे शब्दां दे विच गुरु रामदास जी कहंदे भाई मन जे कोरा लैके आओगे गुरु के दरबार च
ਲੱਖ ਵੀ ਯਤਨ ਕਰੋਗੇ ਜ਼ੁਬਾਨ ਤੋਂ ਵੀ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਸਤਿਗੁਰੂ ਦੀ ਬਾਣੀ ਐਸੀ ਹੈ ਕਿ ਜਿਹੜੀ ਜਪਣ ਦੇ ਨਾਲ ਮਨ ਨੂੰ ਇਹ ਸੀਖ ਮਿਲਦੀ ਹੈ ਕਿ ਭਾਈ ਬਾਣੀ ਪੜ੍ਹਨ ਦੀ ਮਰਿਆਦਾ ਹੈ। ਮਰਿਆਦਾ ਇਹ ਹੈ ਕਿ ਭਾਵਨਾ, ਸ਼ਰਧਾ, ਵਿਸ਼ਵਾਸ ਤੇ ਪ੍ਰੇਮ, ਇਹ ਚਾਰ ਚੀਜ਼ਾਂ ਦੀ ਪਾਣ ਇਸ ਮਨ ਰੂਪੀ ਕੱਪੜੇ ਤੇ ਚੜ੍ਹੇਗੀ। ਫਿਰ ਤੁਹਾਨੂੰ ਰੰਗ ਚੜਾਉਣਾ ਨਹੀਂ ਪਏਗਾ। ਫਿਰ ਕੀ ਹੋਏਗਾ? ਆਪੇ ਸਾਜੇ, ਆਪੇ ਰੰਗੇ, ਆਪੇ। ਪਰ ਜੇ ਇਹ ਪਾਣ ਨਹੀਂ ਚੜੀ ਤੇ ਫਿਰ ਸਤਿਗੁਰੂ ਜੀ ਕਹਿੰਦੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਨਹੀਂ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਫਿਰ ਕੀ ਹੁੰਦਾ? ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ। ਇਹਦਾ ਮਤਲਬ ਕੀ ਹੈ ਕਿ ਅੰਦਰ ਪਾਣ ਨਹੀਂ ਚੜੀ ਪ੍ਰੇਮ ਦੀ, ਸ਼ਰਧਾ ਦੀ, ਜ਼ੁਬਾਨ ਤੋਂ ਹਰ ਹਰ ਕਹੀ ਜਾ ਰਹੇ ਹਾਂ, ਪਰ ਕਹਿਆ ਕਛੂ ਨਾ ਜਾਣੀ। ਜਿਹੜਾ ਕਹਿ ਵੀ ਰਹੇ ਹਾਂ ਜ਼ੁਬਾਨ ਤੋਂ ਹਰ ਹਰ, ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਉਹ ਕਹਿਆ ਹੋਇਆ ਵੀ ਨਹੀਂ ਜਾਣ ਰਹੇ ਕਿ ਅਸੀਂ ਕਹਿ ਕੀ ਰਹੇ ਹਾਂ। ਬੋਲੀ ਤਾਂ ਜਾ ਰਹੇ ਹਾਂ, ਮਣ ਕੇ ਤੇ ਫੇਰੀ ਜਾ ਰਹੇ ਹਾਂ, ਪਰ ਪਤਾ ਨਹੀਂ। ਮਹਾਰਾਜ ਜੀ, ਗੁਰੂ ਅਮਰਦਾਸ ਜੀ ਕਹਿੰਦੇ ਕਹਿਆ ਕਛੂ ਨਾ ਜਾਣੀ। ਫਿਰ ਕਿਵੇਂ ਜਾਣਿਆ ਜਾਏ? ਮਹਾਰਾਜ ਜੀ ਕਹਿੰਦੇ ਇਵੇਂ ਜਾਣਿਆ ਜਾਏਗਾ। ਅਸੀਸ ਬਖਸ਼ੋ, ਅੱਜ ਦੇ ਸ਼ਬਦ ਕਿਵੇਂ ਰੰਗ ਦੇ, ਇਹ ਸੱਚੀ ਮੁੱਚੀ ਰੰਗ ਅੱਜ ਪਤਾ ਲੱਗੇਗਾ। ਇਹ ਰੰਗ ਚਮਕੌਰ ਦੀ ਗੜੀ ਦੇ ਵਿੱਚ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ 40 ਸਿੱਖਾਂ 'ਚ ਕਿ ਵਾਹ, ਜੇ ਰੰਗ ਹੁੰਦਾ ਤੇ ਦੁਨੀਆ ਦੇ ਲੋਕ ਵੇਖਣਗੇ ਕਿ ਰੰਗ ਕਿਵੇਂ ਹੁੰਦਾ ਗੁਰੂ ਦਾ। ਕਿ ਜੇ ਗੁਰੂ ਨੇ ਇੱਕ ਵਾਰੀ ਆਵਾਜ਼ ਮਾਰੀ ਤੇ ਮੋਹਕਮ ਸਿੰਘ ਬੇਟ ਦਵਾਰਕਾ ਤੋਂ ਤੁਰ ਕੇ ਆ ਗਿਆ। ਗੁਜਰਾਤ ਦੀ ਧਰਤੀ ਬੇਟ ਦਵਾਰਕਾ ਬਿਲਕੁਲ ਐਨ ਟਾਪੂ ਕੋਨੇ ਤੇ ਜਦ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਹੋਏਗਾ ਕਿ ਜੇ ਜਾਣਾ ਤੇ ਚਲਾ ਜਾ। ਫਿਰ ਉਹਨੇ ਕਿਹਾ ਮਹਾਰਾਜ ਹੁਣ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਹੁਣ ਤੁਹਾਡਾ ਰੰਗ ਚੜ ਗਿਆ, ਹੁਣ ਹੋਰ ਕੋਈ ਰੰਗ ਨਹੀਂ। ਫਿਰ ਗਿਆ ਨਹੀਂ। ਮੋਹਕਮ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਅੱਖਾਂ ਦੇ ਸਾਹਮਣੇ ਸ਼ਹੀਦ ਹੋਇਆ ਗੁਰੂ ਸਾਹਿਬ ਦੇ। ਤੁਰਿਆ ਮੋਹਕਮ ਸਿੰਘ ਕਿੱਥੋਂ? ਹੁਣ ਇਹ ਸਾਰੇ ਰੰਗ ਹੀ ਨੇ। ਹੁਣ ਇਸ ਰੰਗ ਬਾਰੇ ਜਿੱਥੇ ਇਤਿਹਾਸ ਵੀ ਜ਼ਿਕਰ ਕਰਾਂਗੇ, ਆਪ 3 ਦਿਨਾਂ ਤੋਂ ਇਤਿਹਾਸ ਸਰਵਣ ਕਰ ਰਹੇ ਹੋ, ਬੜਾ ਚੰਗਾ ਹੋਇਆ ਗੁਰਮੁਖ ਪਿਆਰਿਆਂ ਨੇ ਇਤਿਹਾਸ ਸਰਵਣ ਕਰਾਇਆ, ਕਿਉਂਕਿ ਹੁਣ ਲੜੀ ਜੁੜਦੀ ਆਸਾਨੀ ਨਾਲ, ਕਿਉਂਕਿ ਸਮਝ ਆ ਜਾਏਗੀ। ਸੁਣ ਲਿਆ 2-3 ਦਿਨਾਂ 'ਚ, ਉਹ ਆਨੰਦ ਬਣੇਗਾ। ਅਸੀਸ ਬਖਸ਼ੋ ਜੀ, ਆਪ ਗੁਰਦਰਬਾਰ ਦੇ ਵਿੱਚ ਬਹੁਤ ਪਿਆਰ ਨਾਲ ਬੈਠੋ, ਬੱਚਿਆਂ ਨੂੰ ਵੀ ਸਾਂਭ ਕੇ ਰੱਖੋ, ਕਿਉਂਕਿ ਇਤਿਹਾਸ ਵੀ ਬਹੁਤ ਬਰੀਕ ਹੈ ਅੱਜ ਦਾ, ਇਨ ਦਿਨਾਂ ਦਾ। ਔਰ ਜਿੰਨੇ ਘਰ ਬੈਠੇ ਨੇ ਉਹ ਵੀ ਅਸੀਸ ਬਖਸ਼ਣ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਮਹੱਲਾ ਚੌਥਾ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਉਹ ਸਾਹਿਬਜ਼ਾਦੇ ਜਿਹੜੇ ਚਮਕੌਰ ਦੀ ਗੜੀ 'ਚ ਜੂਝਣ ਲੱਗੇ ਨੇ ਨਾ, ਉਹਨਾਂ ਦੇ ਅੰਦਰ ਜਿਹੜਾ ਸੀਨਾ ਹੈ ਗੁਰੂ ਰਾਮਦਾਸ ਜੀ ਦਾ, ਹਿਰਦਾ ਗੁਰੂ ਰਾਮਦਾਸ ਜੀ ਦਾ, ਲਹੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਤੇ ਸਾਹ ਮਾਤ ਗੁਜਰੀ ਦੇ ਨੇ ਉਹਨਾਂ ਵਿੱਚ। ਇਹ ਸਾਰਾ ਕੁਝ ਕਿਉਂਕਿ ਇਹ ਕੁੱਲ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਹੈ ਤੇ ਰਾਮਦਾਸ ਦੇ ਕੁੱਲ ਦੇ ਬੱਚੇ, ਭਾਵੇਂ ਉਹ ਸਾਹਿਬਜ਼ਾਦੇ ਨੇ, ਕੁੱਲ ਤੇ ਰਾਮਦਾਸ ਸੋਢੀ ਸੁਲਤਾਨ ਤੋਂ ਹੀ ਸ਼ੁਰੂ ਹੈ। ਉਹਨਾਂ ਦੇ ਅੰਦਰ ਜਿਹੜਾ ਸੀਨਾ ਧੜਕ ਰਿਹਾ ਗੁਰੂ ਰਾਮਦਾਸ ਦਾ ਹੀ ਧੜਕ ਰਿਹਾ। ਰਾਗ ਸੂਹੀ ਮਹੱਲਾ ਚੌਥਾ, ਧੰਨ ਗੁਰੂ ਰਾਮਦਾਸ ਜੀ। ਘਰ ਪਹਿਲਾ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਿਰਲੇਖ ਹੈ ਮੰਗਲਾ ਚਰਨ। ਬਹੁਤ ਪਿਆਰ ਨਾਲ ਭੇਜ ਕੇ ਮੰਗਲਾ ਚਰਨ ਪੜਿਆ ਕਰੋ, ਕਿਉਂਕਿ ਮੰਗਲਾ ਚਰਨ ਹੀ ਅਰਦਾਸ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਅਰਦਾਸ ਹੈ। ਦੇਖੋ ਇਹਨੂੰ ਹੀ ਸਭ ਕੁਝ ਕਹਿ ਲਈਏ, ਇਹਨੂੰ ਹੀ ਆਪਾਂ ਜ਼ਰੂਰ ਕਹਿ ਲਈਏ। ਇੱਕ ਸ਼ਬਦ ਪੜਿਆ ਸੀ, ਯਾਦ ਕਰਿਓ, ਕਿ ਨਮਾਜ਼ ਅਦਾ ਕਰਨ ਤੋਂ ਪਹਿਲੀ ਛੋਟੀ ਦੁਆ, ਇਹ ਬਾਣੀ ਪੜਨ ਤੋਂ ਪਹਿਲੀ ਛੋਟੀ ਦੁਆ ਹੀ ਹੈ, ਇੱਕ ਅਰਦਾਸ ਹੀ ਹੈ ਕਿ ਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਪ੍ਰਸਾਦ ਦੇ ਨਾਲ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ। ਹੇ ਮਨ ਤੂੰ ਰਾਮ ਦਾ, ਪ੍ਰਭੂ ਦਾ ਨਾਮ ਤੇ ਅਰਾਧ ਲਿਆ, ਪਰ ਗੁਰੂ ਨੂੰ ਨਾ ਵਿਸਰ ਜਾਏ। ਗੁਰੂ ਹੀ ਹੈ ਜੋ ਉਸ ਪ੍ਰਭੂ ਦਾ ਸ਼ਬਦ ਤੇਰੇ ਕੋਲ ਲੈ ਕੇ ਆਇਆ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਕਿ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਤੇ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਪਾਰ ਬ੍ਰਹਮ ਪਰਮੇਸ਼ਵਰ। ਤੇ ਪਾਰ ਬ੍ਰਹਮ ਪਰਮੇਸ਼ਵਰ ਗੁਰ ਸ਼ਬਦ ਗੁਰੂ ਗੁਰ ਕੇ, ਗੁਰ ਕੇ ਤੋਂ ਭਾਵ ਪਾਰ ਬ੍ਰਹਮ ਪਰਮੇਸ਼ਵਰ ਦਾ ਸ਼ਬਦ ਗੁਰੂ ਲੈ ਕੇ ਆਇਆ।
ਤੇ ਤੂੰ ਉਹ ਆਰਾਧ ਰਿਹਾ ਹੈ। ਇਸ ਕਰਕੇ ਤੇਰੇ ਵਾਸਤੇ ਤੇਰਾ ਨਾਨਕ, ਗੁਰੂ ਨਾਨਕ, ਸੱਚਾ ਪਾਤਸ਼ਾਹ ਨਾਨਕ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਰ ਬ੍ਰਹਮ ਪਰਮੇਸ਼ਵਰ ਹੈ। ਦੇਖੋ ਮੈਨੂੰ ਤੇ ਹੋਰ ਕੋਈ ਨਹੀਂ ਦਿਸਦਾ, ਮੈਨੂੰ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੀ ਪਾਰ ਬ੍ਰਹਮ ਪਰਮੇਸ਼ਵਰ ਦਿਸਦੇ ਨੇ। ਕਿਉਂਕਿ ਭਾਈ ਗੁਰਦਾਸ ਜੀ ਵੀ ਕਹਿੰਦੇ, ਭਾਈ ਗੁਰਦਾਸ ਜੀ ਨੇ ਕਿਹਾ ਕਿ ਨਿਰੰਕਾਰ, ਕਿ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਹੀ ਦੇਵ ਹੈ, ਪਰਮੇਸ਼ਰ ਦੇਵ ਹੈ। ਫਿਰ ਅੱਗੇ ਇੱਕ ਹੋਰ ਜ਼ਿਕਰ ਕੀਤਾ, ਨਿਰੰਕਾਰ ਆਕਾਰ ਬਣਾਇਆ ਕਿ ਕਿਸੇ 'ਚ ਸ਼ੰਕਾ ਨਾ ਰਹਿ ਜੇ ਕਿ ਗੁਰੂ ਨਾਨਕ ਸਾਹਿਬ ਕੌਣ ਨੇ। ਨਿਰੰਕਾਰ ਨੇ ਆਪਣਾ ਆਕਾਰ ਹੀ ਗੁਰੂ ਨਾਨਕ ਸਾਹਿਬ ਦੇ ਰੂਪ 'ਚ ਬਣਾ ਕੇ ਇੱਥੇ ਆਪਣੇ ਆਪ ਨੂੰ ਪ੍ਰਗਟ ਕੀਤਾ। ਇਹ ਉਹਨਾਂ ਹੀ ਪਾਰ ਬ੍ਰਹਮ ਪਰਮੇਸ਼ਵਰ ਦੇ ਵੰਸ਼ ਤੋਂ ਚਲੀਆਂ ਆ ਰਹੀਆਂ ਸਾਖੀਆਂ, ਜਿਹੜੀ ਅੱਜ ਆਪਾਂ ਬਾਬਾਣੀਆਂ ਕਹਾਣੀਆਂ ਦੇ ਰੂਪ 'ਚ ਕਰਾਂਗੇ, ਕੋਈ ਵੱਖ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਸਭ ਇੱਛਾ ਮਨ ਤਨ ਪੂਰੀਆਂ। ਗੁਰੂ ਰਾਮਦਾਸ ਜੀ ਕਹਿੰਦੇ ਮਨ ਦੀ ਇੱਛਾ ਸਾਰੀਆਂ ਪੂਰੀਆਂ ਕਰਦਾ ਇਹ ਸ਼ਬਦ। ਸਭ ਚੂਕਾ ਡਰ ਜਮ ਕੇ, ਜਮਾ ਦਾ ਵੀ ਡਰ ਇਹ ਖਤਮ ਕਰ ਦਿੰਦਾ ਹੈ ਜੀ। ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ, ਗੁਰ ਤੁਠੈ ਮਨ ਪ੍ਰਬੋਧਿਆ, ਹਰ ਪੀਆ ਰਸ ਗਟ ਕੇ ਰਹਾਉ ਦੀ ਤੁਕਾਂ 'ਚ ਸਾਹਿਬ ਜੀ ਕਹਿੰਦੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ। ਗਾਓ ਰੀ ਸਖੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ। ਗਾਓ, ਰਜ ਕੇ ਗਾਓ ਇਹਨੂੰ, ਬਾਣੀ ਨੂੰ ਗਾਓ। ਮਹਾਰਾਜ ਕਹਿੰਦੇ ਗੁਰ ਤੁਠੈ ਮਨ ਪ੍ਰਬੋਧਿਆ ਦਾ ਮਤਲਬ ਚਾਨਣ ਹੋਏਗਾ, ਗਿਆਨ ਦਾ ਚਾਨਣ ਅੰਦਰ ਬਿਲਕੁਲ ਐਨ ਨਿਰਲੇਪ ਹੋ ਜਾਏਗਾ ਮਾਇਆ ਤੋਂ। ਇਹ ਮਨ ਗੁਰ ਤੁਠੈ, ਗੁਰੂ ਦੀ ਕਿਰਪਾ ਦੇ ਨਾਲ ਮਨ ਚਾਨਣ, ਗਿਆਨ ਦੇ ਗੁਰੂ ਨੂੰ ਮੰਨ ਕੇ, ਗਿਆਨ ਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਕੇ, ਹਰ ਪੀਆ ਰਸ ਗਟ ਕੇ ਦਾ ਮਤਲਬ ਗੁੱਟ ਕਰਕੇ, ਆਪਾਂ ਕਹਿੰਦੇ ਨਾ ਡੀਕ ਲਾ ਕੇ ਪੀ ਜਾ ਕਿਸ ਚੀਜ਼ ਨੂੰ, ਕਹਿੰਦੇ ਇੰਨਾ ਰਸ ਆਏਗਾ। ਪਹਿਲਾਂ ਤੇ ਇਹ ਰਸ ਬੂੰਦ ਤੋਂ ਸ਼ੁਰੂ ਹੋਏਗਾ ਕਿ ਕਿੱਥੇ ਇੱਕ ਬੂੰਦ ਅੰਦਰ ਵਰਸੇਗੀ, ਜਿਹਨੂੰ ਸਾਹਿਬ ਜੀ ਕਹਿੰਦੇ ਝਿਮ ਵਰਸੈ। ਫਿਰ ਜਦ ਇਹ ਆਨੰਦ ਇੰਨਾ ਬਣੇਗਾ, ਕਹਿੰਦੇ ਫਿਰ ਗੱਟ ਕੇ ਅੰਦਰ ਇਸ ਅੰਮ੍ਰਿਤ ਦਾ ਰਸ ਵਰਸੇਗਾ ਜੀ। ਰਹਾਓ ਸਤ ਸੰਗਤ ਊਤਮ ਸਤਿਗੁਰ ਕੇਰੀ, ਗੁਣ ਗਾਵੇ ਹਰ ਪ੍ਰਭ ਕੇ, ਹਰ ਕਿਰਪਾ ਧਾਰ ਮਿਲੋ ਸਤ ਸੰਗਤ, ਹਮ ਧੋਵਹਿ ਪਗ ਜਨ ਕੇ। ਸਤ ਸੰਗਤ ਉੱਤਮ ਸਤਿਗੁਰ ਕੇਰੀ, ਸਤਿਗੁਰ ਦੀ ਸੰਗਤ ਉੱਤਮ ਹੈ, ਕਿਉਂਕਿ ਜਿੱਥੇ ਸਤਿਗੁਰ ਚੇਤਾ ਹੈ ਉੱਥੇ ਸੰਗਤ ਹੀ ਗੁਰੂ ਰੂਪ ਹੋ ਜਾਂਦੀ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਉਸ ਸਤਿਗੁਰ ਦੀ ਸੰਗਤ ਦੇ ਵਿੱਚ ਸਤਿਗੁਰ ਦਾ ਇੱਕੋ ਨਾਮ ਹੀ ਚੇਤਾ ਕੀਤਾ ਜਾਂਦਾ ਹੈ। ਇਸ ਕਰਕੇ ਜਿੱਥੇ ਏਕੋ ਸਤਿਗੁਰ ਦਾ ਨਾਮ ਚੇਤੇ ਕੀਤਾ ਜਾਂਦਾ ਹੈ, ਉਸ ਸੰਗਤ ਨੂੰ ਛੱਡ ਕੇ ਕਿਸੇ ਹੋਰ ਦੀ ਸੰਗਤ ਨਹੀਂ ਕਰਨੀ, ਉਸ ਸੰਗਤ 'ਚ ਹੀ ਜਾਣਾ ਹੈ। ਸਤ ਸੰਗਤ ਉੱਤਮ, ਕਿਹੜੀ ਉੱਤਮ ਹੈ? ਸਤਿਗੁਰ ਕੇਰੀ, ਸਤਿਗੁਰੂ ਦੀ। ਗੁਣ ਗਾਵੇ ਹਰ ਪ੍ਰਭ ਕੇ, ਉੱਥੇ ਗੁਰੂ ਦੇ ਪ੍ਰਭੂ ਦੇ ਗੁਣ ਗਾਏ ਜਾਂਦੇ ਨੇ। ਹਰ ਕਿਰਪਾ ਧਾਰ ਮਿਲੋ ਸਤ ਸੰਗਤ, ਹਮ ਧੋਵਹਿ ਪਗ ਜਨ ਕੇ। ਫਿਰ ਅਰਦਾਸ ਹੈ ਕਿ ਸਤਿਗੁਰ ਜੀ ਮੈਨੂੰ ਮਾੜੀ ਸੰਗਤ ਤੋਂ ਬਚਾ ਕੇ ਐਸੇ ਬਖਸ਼ਿਆ ਹੋਇਆਂ ਦੀ ਸੰਗਤ ਬਖਸ਼ੋ, ਫਿਰ ਮੈਂ ਉਹਨਾਂ ਸਤਸੰਗੀਆਂ ਦੇ ਪੈਰ ਧੋ ਕੇ ਵੀ ਪੀਵਾਂ ਜੀ। ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤਿ ਰਸ ਰਸ ਕੇ, ਹਰ ਅੰਮ੍ਰਿਤ ਹਰ ਜਲ ਪਾਇਆ, ਸਭ ਲਾਥੀ ਤਿਸ ਤਿਸ ਕੇ। ਬੜੀ ਪਿਆਰੀ ਜੀ ਰਚਨਾ ਹੈ ਇਹ। ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤਿ ਰਸ ਰਸ ਕੇ। ਇਹ ਅਲੰਕਾਰ ਹੈ, ਅਲੰਕਾਰ ਚੱਲ ਰਹੇ ਨੇ ਇਹਦੇ ਵਿੱਚ। ਅਤਿਸ਼ਯੋਕਤੀ ਅਲੰਕਾਰ ਦਾ ਵੀ ਤੁਹਾਨੂੰ ਝਲਕਾਰਾ ਪਏਗਾ। ਇਹਦੇ ਵਿੱਚ ਇੱਕ ਲਫ਼ਜ਼ ਨੂੰ ਬਾਰ-ਬਾਰ ਰਿਪੀਟ ਕੀਤਾ ਗਿਆ, ਪਰ ਉਸ ਲਫ਼ਜ਼ ਦਾ ਅਰਥ ਬਦਲ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਹੈ ਕਿ ਜਿੱਥੇ ਪ੍ਰਭੂ ਦਾ ਨਾਮ ਚੇਤੇ ਕੀਤਾ ਜਾਂਦਾ ਹੈ, ਜਿਸ ਹਿਰਦੇ 'ਚ ਨਾਮ ਬਿਲਕੁਲ ਐਨ ਪਵਿੱਤਰ ਹਿਰਦਾ ਹੋ ਜਾਂਦਾ ਹੈ, ਉਹ ਰਸ ਕੇ ਪ੍ਰਭੂ ਦਾ ਰਸ ਲੈਂਦਾ ਹੈ। ਉਹਨੂੰ ਫਿਰ ਕਿਸੇ ਹੋਰ ਲਾਲਚ ਦੇ ਕੇ ਸੰਗਤ 'ਚ ਲਿਆਉਣ ਦੀ ਲੋੜ ਨਹੀਂ ਹੈ। ਉਹ ਸੰਗਤ ਵੱਲ ਭਜਿਆ ਜਾਂਦਾ, ਕਿਉਂਕਿ ਉਹਨੂੰ ਪਤਾ ਮੈਨੂੰ ਜਿਹੜਾ ਰਸ ਮਿਲਣਾ ਹੈ ਉਹ ਇੱਥੋਂ ਹੀ ਮਿਲਣਾ ਹੈ। ਫਿਰ ਹਰ ਅੰਮ੍ਰਿਤ ਹਰ ਜਲ ਪਾਇਆ, ਕਿਉਂਕਿ ਇੱਥੇ ਆ ਕੇ ਮਿਲਿਆ ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ
ਹੁਣ ਇਹੀ ਹੈ ਮਾਧੋ ਜਲ ਕੀ। ਹੁਣ ਇਸ ਜਲ ਦੀ ਪਿਆਸ ਨਹੀਂ ਜਾ ਸਕਦੀ। ਜਲ ਮਹਿ ਅਗਨ ਉਠੀ ਅਧਕਾਏ। ਇਸ ਜਲ ਦੀ ਪ੍ਰਾਪਤੀ ਦੇ ਲਈ ਅੰਦਰ ਹੋਰ ਤਲਬ ਪੈਦਾ ਹੋਈ, ਮੈਨੂੰ ਇਹ ਰਸ ਮਿਲੇ, ਇਹ ਪਿਆਸ ਪੈਦਾ ਹੋਈ। ਹਰ ਅੰਮ੍ਰਿਤ ਹਰ ਜਲ ਪਾਇਆ, ਸਭ ਲਾਥੀ ਤਿਸ ਤਿਸ ਕੇ। ਹੈ ਹੁਣ ਤਿਸ ਹੀ। ਪਹਿਲੇ ਤਿਸ ਦਾ ਮਤਲਬ ਹੈ ਤਿਖਾ, ਤ੍ਰਿਸ਼ਨਾ, ਅੰਦਰ ਦੀ ਪਿਆਸ, ਤੇ ਦੂਸਰਾ ਤਿਸਕੇ ਦਾ ਮਤਲਬ ਉਸ ਦੀ ਸਾਰੀ ਭੁੱਖ, ਸਾਰੀ ਪਿਆਸ ਲੱਥ ਜਾਂਦੀ ਹੈ ਜੀ। ਹਮਰੀ ਜਾਤ ਪਾਤ ਗੁਰ ਸਤ ਗੁਰ, ਹਮ ਵੇਚਿਓ ਸਿਰ ਗੁਰ ਕੇ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੇ। ਹਮਰੀ ਜਾਤ ਪਾਤ ਗੁਰ ਸਤਗੁਰ। ਦੇਖੋ ਇਹ ਕੁਝ ਵਰਤਿਆ 1699 ਦੀ ਵਿਸਾਖੀ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ, ਕਿਉਂਕਿ ਇਹ ਸਾਰਾ ਇਤਿਹਾਸ ਸ਼ੁਰੂ ਆਖਿਰ ਉੱਥੋਂ ਹੀ ਹੁੰਦਾ ਹੈ ਨਾ। ਮਹਾਰਾਜ ਜੀ ਨੇ ਜਦ ਮਰਜੀਵੜੇ ਤਿਆਰ ਕੀਤੇ ਹੈ ਤੇ ਇਹੀ ਆਵਾਜ਼ ਮਾਰੀ ਹੈ ਕਿ ਮੇਰੀ ਤੇਗ ਪਿਆਸੀ ਹੈ, ਕੋਈ ਹੈ ਮਰਜੀਵੜਾ ਸਿਰ ਦੇਣ ਵਾਲਾ। ਤੇ ਫਿਰ ਖੜੇ ਹੋਏ ਮਰਜੀਵੜੇ, ਭਾਈ ਦਇਆ ਸਿੰਘ ਵਰਗੇ, ਧਰਮ ਸਿੰਘ ਵਰਗੇ, ਮੋਹਕਮ ਸਿੰਘ ਵਰਗੇ। ਉਹਨਾਂ ਨੇ ਕਿਹਾ ਹੁਣ ਸਾਡੀ ਅੰਦਰ ਦੀ ਇਹੀ ਤਲਬ ਹੈ ਮਹਾਰਾਜ कि अब हम चली ठाकुर पै हार, जब हम शरण प्रभु की आई, राख प्रभु भावें। हुण गुरु गोबिंद सिंह सच्चे पातशाह जे तुहानूं इवें चंगा लगदा है ते इवें ही सही, लो जी आ सीस भेटा है तुहाडे सामने। हुण की होया फिर जद उन्होंने सीस भेटा कर दिता, हमरी जात पात गुर सतगुर हम वेचियो सिर गुर के, असी अपना सिर वेचता, अपना देता। पर यह कोई सस्ता नहीं, ਇਹਦਾ ਮੁੱਲ ਜਿਹੜਾ ਪਿਆ ਨਾ, ਅੱਗੇ ਅਗਲੀ ਤੁਕ ਗੁਰੂ ਰਾਮਦਾਸ ਜੀ ਕਹਿੰਦੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਮਤ ਪਤਾ ਕੀ ਦਿੱਤੀ? ਸਿਰ ਤੇ ਉਹਨਾਂ ਤੋਂ ਲੈ ਲਿਆ, ਫਿਰ ਉਹਨਾਂ ਦੇ ਅੱਗੇ ਆਪਣਾ ਆਪ ਭੇਟ ਕਰ ਦਿੱਤਾ। ਕਹਿੰਦੇ ਹੁਣ ਜੇ ਜੋ ਮੈਂ ਤੁਸਾਂ ਨੂੰ ਦਿੱਤਾ ਹੈ ਹੁਣ ਤੁਸੀਂ ਮੈਨੂੰ ਦਿਓ। ਫਿਰ ਇਸ ਕਰਕੇ ਕਿਹਾ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਹਿੰਦੇ ਹੁਣ ਮੈਂ ਚੇਲਾ ਤੇ ਤੁਸੀਂ ਪੰਜੋ, ਤੁਸੀਂ ਪੰਜ ਮਿਲ ਕੇ ਮੇਰੇ ਗੁਰੂ। ਮੇਰੇ ਗੁਰੂ ਨਹੀਂ, ਤੁਸੀਂ ਪੰਥ ਦੇ ਗੁਰੂ, ਤੁਸੀਂ ਧਰਤੀ ਦੇ ਗੁਰੂ, ਤੁਸੀਂ ਸ੍ਰਿਸ਼ਟੀ ਦੇ ਗੁਰੂ, ਤੁਸੀਂ ਧਰਤ ਆਕਾਸ਼ ਦੇ ਗੁਰੂ, ਤੁਸੀਂ ਇਸ ਧਰਤੀ ਦੇ ਜ਼ਰਰੇ ਜ਼ਰਰੇ ਦੇ ਗੁਰੂ। ਜਿੱਥੇ ਤੁਸੀਂ ਪੰਜ ਇਕੱਠੇ ਹੋ ਜਾਓਗੇ ਸਾਰੀ ਲੋਕਾਈ ਤੁਹਾਡੇ ਚਰਨਾਂ 'ਚ ਝੁਕ ਜਾਏਗੀ। ਇਹ ਹੈ ਅੰਦਰ ਦਾ ਪਿਆਰ। ਜਦ ਉਹਨਾਂ ਗੁਰਸਿੱਖਾਂ ਨੇ ਮਾਣਿਆ, ਉਹਨਾਂ ਪਿਆਰਿਆਂ ਨੇ ਮਾਣਿਆ, ਤੇ ਗੁਰੂ ਰਾਮਦਾਸ ਜੀ ਕਹਿੰਦੇ ਜਿਹੜਾ ਆਪਣਾ ਆਪ ਗੁਰੂ ਨੂੰ ਭੇਟ ਕਰ ਦਿੰਦਾ ਹੈ ਉਹਦੀ ਜ਼ਾਤ ਪਾਤ ਕੋਈ ਆਪਣੀ ਨਹੀਂ ਰਹਿੰਦੀ, ਉਹ ਵੀ ਗੁਰੂ ਦਾ ਹੋ ਜਾਂਦਾ ਹੈ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੇ। ਹੁਣ ਉਸ ਚੇਲੇ ਦੀ ਰਾਜ ਉਹ ਗੁਰੂ ਹੀ ਲਖਦਾ ਹੈ। ਫਿਰ ਗੁਰੂ ਇੰਨੀ ਦਾਤ ਬਖਸ਼ਦਾ ਹੈ, ਗੁਰੂ ਤੁਰਦਾ ਹੈ ਚਮਕੌਰ ਦੀ ਗੜੀ ਦੇ ਵਿੱਚ ਤੇ ਕਲਗੀ ਵੀ ਆਪਣੇ ਸਿੱਖ ਦੇ ਸਿਰ ਤੇ ਲਾ ਕੇ ਉਹਨੂੰ ਵੀ ਗੁਰੂ ਗੋਬਿੰਦ ਸਿੰਘ ਬਣਾ ਕੇ ਜਾਂਦਾ ਹੈ। ਕਹਿੰਦੇ ਕਲਗੀ ਤੇਰੇ ਸਿਰ ਤੇ ਹੀ ਸ਼ੋਭਦੀ ਹੈ। ਇਹ ਵਾਲੀ ਦਾਤ, ਇਹ ਕੁਛ ਕੱਲੀ ਘਟਨਾ ਇੱਕ ਥਾਂ ਤੇ ਨਹੀਂ ਹੈ। ਜਦ ਗੁਰੂ ਇਸ ਘਰ ਪਿਆਰ ਦੇ ਘਰ 'ਚ ਆਉਂਦਾ ਹੈ ਤੇ ਸੱਚੀ ਮੁੱਚੀ ਬਖਸ਼ਿਸ਼ ਵਾਲੀ ਕਲਗੀਆਂ ਕਈ ਨੂੰ ਦੇ ਕੇ ਥਾਪੜਾ ਦੇ ਕੇ ਤੋਰਦਾ, ਔਰ ਅੱਜ ਵੀ ਦੇ ਰਿਹਾ ਉਹ ਗੁਰੂ ਕਲਗੀਧਰ ਪਾਤਸ਼ਾਹ। ਤੇ ਗੁਰੂ ਰਾਮਦਾਸ ਜੀ ਕਹਿੰਦੇ ਹੈ ਫਿਰ ਆਪਣੇ ਪੈਜ, ਆਪਣੇ ਜਨ ਦੀ ਪੈਜ ਉਹ ਪ੍ਰਭੂ ਗੁਰੂ ਆਪ ਹੀ ਰੱਖਦਾ ਹੈ ਜੀ। ਸੋਹੀ ਮਹਿਲਾ ਚੌਥਾ। ਜਪੋ ਜੀ। ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨ ਸੇ ਦਾਨਦ ਦਲਗਾ। ਪਾਉ ਜਨਮ ਮਰਣਾ ਮਿਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵ ਸੁਖ ਸਮਗਾ। ਸੂਹੀ ਮਹੱਲਾ ਚੌਥਾ। ਇਹਦੇ ਵਿੱਚ ਸਿਰਫ ਅਗੇਤਰ ਲਗਾਏ ਨੇ ਲਫ਼ਜ਼, ਜਿਸ ਤਰ੍ਹਾਂ ਘੱਗਾ ਅੱਗੇ ਕਈ ਲਫ਼ਜ਼ ਤੁਹਾਨੂੰ ਜ਼ਿਆਦਾਤਰ ਜਿੰਨੇ ਵੀ ਇਹ ਹਰ ਇੱਕ ਤੁਕ ਦੀ ਸਮਾਪਤੀ ਅੰਤ ਹੋ ਰਿਹਾ ਹੋਏਗਾ ਘੱਗੇ ਲਫ਼ਜ਼ ਦੇ ਨਾਲ ਹੀ ਹੈ। ਉਹ ਸਮਘਾ ਮਿਲੇਗਾ ਤੁਹਾਨੂੰ, ਅੱਗੇ ਤੁਸੀਂ ਦਲਘਾ ਪੜੋਗੇ, ਫਿਰ ਮਹਿਘਾ ਪੜੋਗੇ, ਉਹ ਸਿਰਫ ਅਗੇਤਰ ਲਗਾਇਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਗੁਰੂ ਰਾਮਦਾਸ ਜੀ ਸੂਹੀ ਮਹੱਲਾ ਚੌਥਾ, ਹਰ ਹਰ ਨਾਮ ਭਜਿਓ ਪੁਰਖੋਤਮ। ਉੱਤਮ ਪੁਰਖ, ਇੱਕੋ ਇੱਕ ਪੁਰਖ, ਕਿਉਂਕਿ ਉਹ ਇੱਕੋ ਹੀ ਹੈ। ਹਮਸ਼ਹ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ, ਉਹ ਇੱਕੋ ਹੀ ਪੁਰਖੋਤਮ ਹੈ। ਸਭ ਬਿਨਸੇ ਦਾਲਦ ਦਲਘਾ, ਦਾਲਦ ਕਹਿੰਦੇ ਦਲਿੱਦਰ, ਦਲਿੱਦਰ ਕਹਿੰਦੇ ਗਰੀਬੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮੁਖ ਜੇ ਕੋਈ ਜਾਏ ਕਿ ਜੀ ਮੈਂ ਗਰੀਬ ਹਾਂ,
ਤੇ ਮੇਰੀ ਗਰੀਬੀ ਦੂਰ ਕਰੋ। ਤੇ ਉੱਥੇ ਇੱਕ ਕਵੀ ਕਹਿੰਦਾ ਇਹ ਵੀ ਬੋਲਣ ਦੀ ਲੋੜ ਨਹੀਂ ਹੈ, ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਸਰਦਲ ਤੇ ਕਿਸੇ ਨੇ ਪੈਰ ਰੱਖ ਦਿੱਤਾ, ਕਹਿੰਦੇ ਉੱਥੇ ਜਾ ਕੇ ਬਸ ਖੜੇ ਹੋ ਜਾਓ ਤੇ ਫਿਰ ਦਲਿੱਦਰ ਨੂੰ ਆਵਾਜ਼ਾਂ ਮਾਰੋ, ਕਹਿੰਦੇ ਆ ਜਾ ਹੁਣ ਦਾਰਿਦ ਕੋ ਪੂਤ ਤੇਰੋ ਮਰਨੋ ਬਨਿਓ ਹਾਜ ਕਰਕੇ ਸਲਾਮ ਹੂਜੋ ਕਵੀ ਹੀਰ ਸਿਓ ਨਦਰ ਗੋਬਿੰਦ ਸਿੰਘ ਵਿਲਕ ਕरेंगे ਤੋਹੇ ਟੂਕ ਟੂਕ ਗਾਡੇ ਮਾਰੇ ਦਾਨਨ ਕੇ ਤੀਰ ਸਿਓ। ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਇੱਕੋ ਨਜ਼ਰ ਪੈ ਜੇ, ਕਹਿੰਦੇ ਸਾਰੀ ਗਰੀਬੀ ਸਾਰੀ ਦਲਿੱਦਰਤਾ ਕਹਿੰਦੀ ਭੱਜ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਦਰਾਂ ਦੇ ਦਾਨਾਂ ਦੇ ਤੀਰ ਇੰਨੇ ਤਿੱਖੇ ਨੇ, ਕਹਿੰਦੇ ਗਰੀਬੀ ਲਾਗੇ ਨਹੀਂ ਟਿਕਦੀ। ਤੇ ਇਹ ਗੁਰੂ ਰਾਮਦਾਸ ਜੀ ਵੀ ਕਹਿੰਦੇ ਹਰ ਹਰ ਨਾਮ ਭਜਿਓ ਪੁਰਖੋਤਮ, ਜਿਹੜਾ ਬਿਲਕੁਲ ਭਾਵਨਾ ਨਾਲ ਆਖੇ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਇਹ ਜਿਹੜਾ ਪੁਰਖੋਤਮ ਨੂੰ ਕਹਿ ਦੇ ਸਭ ਬਿਨਸੇ ਦਾਲਦ ਦਲਗਾ, ਕਹਿੰਦੇ ਉਹਦੇ ਸਾਰੇ ਦਲਿੱਦਰ ਸਾਰੀ ਗਰੀਬੀ ਦਲਗਾ ਖਤਮ ਹੋ ਜਾਏਗੀ। ਸਾਰੇ ਦਲ ਸਾਰਾ ਦਲ ਭਾਵ ਕਿ ਗਰੀਬੀ ਦਾ ਬੜਾ ਸਮੂਹ ਹੁੰਦਾ, ਗਰੀਬੀ ਦੇ ਵਿੱਚ ਆਲਸ ਵੀ ਆਉਂਦਾ, ਗਰੀਬੀ ਦੇ ਅੰਦਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਆਉਂਦੀਆਂ, ਗਰੀਬੀ ਦੇ ਅੰਦਰ ਕਈ ਤਰ੍ਹਾਂ ਦੇ ਝੂਠ ਵੀ ਆਉਂਦੇ ਆ। ਹੁਣ ਇਹ ਸਾਰਿਆਂ ਦਾ ਸਮੂਹ ਹੈ ਗਰੀਬੀ। ਮਹਾਰਾਜ ਕਹਿੰਦੇ ਉਹਦਾ ਸਾਰਾ ਗਰੀਬੀ ਦਾ ਸਮੂਹ ਮੁੱਕ ਜਾਏਗਾ। ਭਾਉ ਜਨਮ ਮਰਣਾ ਮੇਟਿਓ ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੇ ਨਾਲ ਡਰ ਜਨਮ ਮਰਨ ਦਾ ਭਾਉ ਸਭ ਖਤਮ ਹੋਏਗਾ। ਹਰ ਅਸਥਿਰ ਸੇਵ ਸੁਖ ਸਮਗਾ, ਕਹਿੰਦੇ ਉਹਦਾ ਮਨ ਥਿਰ ਹੋ ਜਾਏਗਾ। ਤੇ ਸਮਗਾ ਦਾ ਮਤਲਬ ਸਾਰੇ ਦੇ ਸਾਰੇ ਸੁੱਖ ਉਹਨੂੰ ਮਿਲ ਜਾਣਗੇ ਔਰ ਉਹ ਗੁਰੂ ਦੇ ਸੁੱਖ ਦੇ ਵਿੱਚ ਸਮਾ ਜਾਏਗਾ ਜੀ। ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾਉ। ਮੇਰੇ ਮਨ ਭਜ ਰਾਮ ਨਾਮ ਅਤ ਪਿਰਘਾ, ਪਿਰਘਾ ਦਾ ਮਤਲਬ ਪਿਰ ਦਾ ਮਤਲਬ ਦੱਸਿਆ ਜੀ। ਪਿਰ ਦੇ ਦੋ ਅਰਥ ਨੇ। ਜਿੱਥੇ ਸ਼ਬਦ ਦੇ ਵਿੱਚ ਇਸਤਰੀਵਾਚਕ ਕਾਮਣ ਦਾ ਜ਼ਿਕਰ ਆਏ ਉੱਥੇ ਪਿਰ ਦਾ ਮਤਲਬ ਪਤੀ ਹੈ। ਜਿਹਦੇ ਵਿੱਚ ਜਿਸ ਸ਼ਬਦ 'ਚ ਕਾਮਣ ਨਾ ਆਏ, ਜਿਸ ਸ਼ਬਦ 'ਚ ਇਕੱਲਾ ਪਿਰ ਆਏ, ਉਸ ਤੁਕ 'ਚ ਪਿਰ ਆਏ, ਉਸ ਪਿਰ ਦਾ ਮਤਲਬ ਪਿਆਰ ਹੈ, स्नेह है, मोहब्बत है, इश्क हकीकी है। इस करके गुरु रामदास जी कहते अपने मन नूं समझाओ, भावें गुरु नूं सारा दिन नहीं चेते कर सकते ना करो, पर एक वारी भी बोलो ते प्रेम नाल बोलो, भिज के बोलो। वो एक वारी प्रेम नाल भिज के बोलिया होया भी अंदर नूं पवित्र कर देगा। मेरे मन भज राम नाम अत पिरघा, अत प्रेम दे विच भिज के बोलो। मैं मन तन अर्प धरियो गुर आगै, मैं अपना मन ते तन बिल्कुल भेंट कर दिता। सिर वेच लियो मुल महंगा, मैं अपना सिर ते वेचिया पर मैनू नहीं पता सी इहदा मुल बड़ा महंगा मिलेगा। मैं अपना सिर ते देता। भाई दया सिंह कहंदे मैनू ये नहीं पता सी कि गुरु गोबिंद सिंह इहदे बदले अपना सिर दे देणगे। कहंदे इत्थे तक बस नहीं, कहंदे इह ते बिल्कुल शुरुआत सी। कहते सफर ते इथों शुरू होया कि ढैंदी दुनिया का जदों सहारा नहीं सी पिता, उदों इस देश तो वारिया मैं। मां गुजरी विच सरहंद गुजरी, समा गुजरिया जिवें गुजारिया मैं। चार पुत्र बख्शे सी परमात्मा ने, जोड़ा जोड़ा करके वारिया मैं। मत कहो सिखो मैनू शहनशाह, अज किश्तां दे विच कर्ज उतारिया मैं इन्ना महंगा अपना सिर वेचिया। गुरु गोबिंद सिंह ने अपना सब कुछ वार दिता, सब कुछ मुल पा दिता मेरे सिर दे बदले। कहंदे ये है गुरु दा प्यार। जे गुरु नू धन आखोगे, जे अपना आप गुरु नू पेश करोगे ते अपना आप पेश कीता होया बहुत मुल पेगा जी। रहाओ नरपत राजे रंग रस मान, बिन नावे पकड़ खड़े सब कलगा। धर्म राय सिर दंड लगाना, फिर पछताने हथ फलगा। कि उन्हां गुरसिखां नूं मरजीवड़ियां नूं मुगलों वालों रिश्वतां नहीं आउंदियां होणगियां, क्योंकि फौजां दे विच ते कई मुगल रले ने, कि उन्हां नूं आउंदियां नहीं होणगियां कई तरह दी ऑफर्स कि आओ साडे कोल रल जाओ, असीं तुहानूं ये देवांगे ये देवांगे। इत्थों तक गुरसिखां दी नहीं, साहिबजादियां नूं की कुछ लालच नहीं दिता गया। कहते तुहानूं महल देवांगे, माणियां देवांगे, हर तरह के शौक देवांगे, सब कुछ देवांगे, तुहाडी जान भी बख्शी हो जाएगी। तो फिर उत्थे गुरसिखां ने पता की किया सी, कहते ये सारा कुछ दे दोगे तो फिर वजीर खां एक गल मैनू दस, तां भी असीं नहीं मरांगे।
ਤਾਂ ਵੀ ਮੌਤ ਸਾਨੂੰ ਨਹੀਂ ਆਏਗੀ। ਵਜ਼ੀਰ ਖਾਂ ਚੁੱਪ ਹੋ ਗਿਆ। ਤੇ ਆਹੀ ਕਹਿੰਦੇ ਗੁਰੂ ਰਾਮਦਾਸ ਜੀ, ਕਹਿੰਦੇ ਨਰਪਤ, ਵਜ਼ੀਰ ਖਾਂ ਵਰਗੇ ਤਖਤਾਂ ਤੇ ਬੈਠੇ ਹੋਏ ਰਾਜੇ ਵੀ, ਨਰਪਤ ਦਾ ਮਤਲਬ ਰਾਜੇ, ਕਿ ਲੋਕਾਂ ਦੇ ਖਸਮ ਬਣੇ ਹੋਏ ਜਿਹੜੇ ਨਰਪਤ ਰਾਜੇ ਰੰਗ ਰਸ ਮਾਣੈ ਹੈ। ਕਹਿੰਦੇ ਉਹ ਆਪਣੇ ਰਾਜ ਦੇ ਰੰਗ ਦੇ ਵਿੱਚ ਇੰਨੇ ਗਫਲਤ ਦੇ ਸ਼ਿਕਾਰ ਹੋ ਜਾਂਦੇ ਐ, ਬਿਨ ਨਾਵੈ ਪਕੜ ਖੜੇ ਸਭ ਕਲਘਾ। ਕਹਿੰਦੇ ਨਾਮ ਤੋਂ ਬਿਨਾ ਕਹਿੰਦੇ ਉਹਨਾਂ ਨੂੰ ਜਮ ਐਸੀ ਮੌਤ ਮਾਰਦੇ ਨੇ। ਕਹਿੰਦੇ ਵਜ਼ੀਰ ਖਾਂ ਦੀ ਇੱਕ ਹੱਡੀ ਨਹੀਂ ਲੱਭੀ ਸੀ। ਪੂਰਾ ਸਰਹੰਦ, ਪੂਰਾ ਮੋਹਾਲੀ, ਉਹ ਚੱਪੜ ਚਿੜੀ ਜਿੱਥੇ ਜੰਗ, ਕਿੱਥੇ ਸਾਰਾ ਇਲਾਕਾ ਮੈਂ ਘੁੰਮ ਕੇ ਵੇਖਿਆ, ਕਿੱਥੇ ਵਜ਼ੀਰ ਖਾਂ ਦੀ ਕਬਰ ਨਹੀਂ ਹੈ। ਕਿਉਂਕਿ ਵਜ਼ੀਰ ਖਾਂ ਦੀ ਕਬਰ ਬਣੀ ਨਹੀਂ। ਵਜ਼ੀਰ ਖਾਂ ਦੇ ਪਿੰਡੇ ਦੇ ਟੁਕੜੇ ਟੁਕੜੇ ਇੰਨੇ ਲੋਥੜੇ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਅਜੇ ਸਿੰਘ ਨੇ ਕਰਤੇ ਕਿ ਉਹਦਾ ਸਰੀਰ ਹੀ ਨਹੀਂ ਇਕੱਠਾ ਕੀਤਾ ਜਾ ਸਕਿਆ। ਇਹ ਹਾਲ ਹੁੰਦੇ ਆ ਵੱਡੇ ਵੱਡੇ ਬਾਦਸ਼ਾਹਾਂ ਦੇ, ਜਿਹੜੇ ਮੱਥਾ ਲਾਉਂਦੇ ਆ ਬੰਦਗੀ ਕਰਨ ਵਾਲਿਆਂ ਦੇ ਨਾਲ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਜਿੰਨੇ ਰਾਜੇ ਨੇ, ਭਾਵ ਜਿੰਨੇ ਰੰਗ ਮਾਨਣ ਵਾਲੇ ਨੇ, ਪ੍ਰਭੂ ਨੂੰ ਵਿਸਰ ਜਾਂਦੇ ਨੇ, ਹਾਲ ਮਾੜਾ ਹੁੰਦਾ ਹੈ। ਅੱਗੇ ਸਾਹਿਬ ਜੀ ਬਖਸ਼ਿਸ਼ ਕਰਦੇ, ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ। ਕਹਿੰਦੇ ਧਰਮ ਰਾਹ ਦਾ ਡੰਡਾ ਜਦ ਸਿਰ ਤੇ ਪੈਂਦਾ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਹੱਥ ਫਲਗਾ, ਫਲਗਾ ਤੋਂ ਭਾਵ ਜਿਹੜੇ ਮਾੜੇ ਕਰਮ ਕੀਤੇ ਹੈ ਉਹੀ ਫਲ ਸਾਨੂੰ ਮਿਲੇਗਾ, ਉਸੀ ਫਲ ਨੂੰ ਸਾਨੂੰ ਭੋਗਣਾ ਪਏਗਾ ਜੀ। ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਸ਼ਰਨਾਗਤ ਪੁਰਖ ਪ੍ਰਤਪਲਗਾ। ਦਰਸ਼ਨ ਸੰਤ ਦੇਹੁ ਸੁਖ ਪਾਵੈ, प्रभ लोच पूर जन तुमगा। हर राख राख जन किरम तुम्हारे, हम रुलते फिरते कोई बात ना पूछता, गुर सत गुर संग कीरे हम थापे। रखो प्रभु असी तुहाडे किरम बन के आया, शरणागत तुहाडी शरण च आया। शरणागत पुरख प्रतपलघा, तुसी प्रतपलघा घग्गा लफ्ज वाधू अगेतर लग्या होया। ਪ੍ਰਤਪਾਲਕ ਹੋ ਤੁਸੀਂ, ਪ੍ਰਤਪਾਲਨਾ ਕਰਨ ਵਾਲੇ ਹੋ। ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮਗਾ। ਤੁਸੀਂ ਸੰਤ ਗੁਰੂ ਜੀ ਆਪਣੇ ਦਰਸ਼ਨ ਦਿਓ, ਸ਼ਬਦ ਰੂਪ ਦੇ ਦਰਸ਼ਨ, ਸਾਨੂੰ ਗਿਆਨ ਦੇ ਦਰਸ਼ਨ ਦਿਓ, ਸਾਨੂੰ ਸੁਖ ਮਿਲੇਗਾ। ਸਾਡੇ ਅੰਦਰ ਦੀ ਲੋਚਾ ਪੂਰੀ ਕਰੋ। ਅਸੀਂ ਤੁਹਾਡੇ ਜਨ ਤੁਮਗਾ, ਤੁਹਾਡੇ ਜਨ ਬਣ ਕੇ ਆਏ ਹਾਂ ਜੀ। ਤੁਮ ਸਮਰੱਥ ਪੁਰਖ ਵੱਡੇ ਪ੍ਰਭ, स्वामी मोको कीजै दान हर निमगा। जन नानक नाम मिलै सुख पावै, हम नाम विटों सद घुमगा। तुसी वड्डे पुरख स्वामी हो, प्रभु हो। तुम समर्थ पुरख वड्डे प्रभ स्वामी। तुम दाते ठाकुर प्रतिपालक नायक खसम हमारे। निमक निमक तुम ही प्रतिपालो, हम बारिक तुमरे तारे। सतगुर जी मोको कीजै दान हर निमखा। तुसी दान निमगा कहंदे निमन, कहंदे एक इन्ना जा रंचक मात्र भी तुसी साडे ते मेहर कर दो ना, असी उन्ने तो ही तर जावांगे। ਤੁਹਾਡੀ ਰੰਚਕ ਮੇਰ ਹੀ ਸਾਨੂੰ ਤਾਰ ਦੇਗੀ। ਨਿਮਨ ਹੀ ਸਾਡੇ ਤੇ ਕਿਰਪਾ ਕਰ ਦੋ। ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਠੋਂ ਸਦ ਘੁੰਮਗਾ। ਅਸੀਂ ਨਾਮ ਮੰਗਦੇ ਹਾਂ, ਸਾਨੂੰ ਨਾਮ ਦਾ ਸੁਖ ਦਿਓ। ਅਸੀਂ ਨਾਮ ਨੂੰ ਪ੍ਰਾਪਤ ਕਰੀਏ ਤੇ ਤੁਹਾਡੇ ਤੋਂ ਬਲਹਾਰ ਜਾਈਏ, ਬਾਰ-ਬਾਰ ਤੁਹਾਡੇ ਤੋਂ, ਤੁਹਾਡੇ ਵਿਟੋਂ ਤੋਂ ਕੁਰਬਾਨ ਜਾਈਏ ਜੀ। ਸੂਈ ਮਹੱਲਾ ਚੌਥਾ। ਹਰ ਨਾਮਾ ਹਰ ਰੰਗ ਹੈ, हर रंग मजीठै रंग। गुर तुठै हर रंग चाड़िया, फिर बहुड़ न होवी भंग। सूही महला चौथा। धन गुरु रामदास जी ये शब्द अक्सर आप जी सरवण करते हो हुक्मनामे च। हर नामा हर रंग है, इनू गंगा लफ्ज़ है, ध्यान नाल जिस तरह उच्चारण आप जी ने सरवण किया है, इनू रंग गग्गे नाल नहीं पढ़ना, गंगा ही पढ़ना है। हर नामा हर रंग है, हर रंग मजीठा रंग। प्रभु का नाम ही पक्का रंग है, रंग मजीठा बिल्कुल सदा ही चढ़ जाए तो फिर कोई उतार नहीं सकता। चा शुद्ध के चूं जगह कुश्ता चार के बाकी बेमाइद पेचीदा मार। ये रंग नहीं उतर सकता, जे तू चार मारते ये रंग नहीं उतर सकता। कहते एक पासे 40 भुखे भाने ते गड़ी तो झांक के वेखदे लखां सामने खड़े है,
कि 10 लख कि 10 लख बरोद बरायद बेखबर बेखबर कहते बिना दसे चढ़े आ रहे ने कहते पर उन्होंने 40 का रंग नहीं उतरिया कहते उन्होंने चेहरे ते होर गूढ़ा रंग चढ़ गया। गुरु गोबिंद सिंह जी दियो थापड़ा 1.25 लाख से एक लड़ाऊं मैं जाके तुरा हुण तुसी इस तरह का थापड़ा दियो। ये है हर नामा हर रंग है हर रंग मजीठा रंग ये पक्का रंग है गुरतुठ है हर रंग चाड़िया जेड़ा ये रंग गुरु चाड़ दिंदा है गुरु त्रुट के चाड़दा है फिर बोहर ना होवी भंग भंग कहंदे तोड़ जाना टुट जाना दूर हो जाना। जे गुरु ने रंग चाड़ दिता फिर बहुत दूजी बार ये रंग उतर नहीं सकता जी। मेरे मन हर राम नाम कर रंग गुर तुठै हर उपदेशया हर भेटिया राओ निसंग रहाओ। मेरे मन समझ ले हर राम नाम कर रंग जे कोई रंग मन च चढ़ाना है ते माया दा रंग छड़ प्रभु दे नाम दे पक्के रंग नूं अपने मन ते चाड़ ले फिर सारे रंग क्योंकि दुनिया दे रंग चढ़ते ने उतर जाते ने वो अज चढ़ेगा कल मैला हो जाएगा पर ना मैला ना धुंधला ना भगवा ना कच नानक लालो लाल है सच्चे रत्ता सच ये है रंग। सतगुरु जी कहते इस रंग नूं चाड़ लै मेरे मन हर राम नाम कर रंग गुर तुठै हर उपदेशिया। किवें रंग चढ़ेगा कहते गुरु जद त्रुठेगा ना तेरे उत्ते ये उपदेश तैनू करेगा। केड़ा उपदेश हर भेटिया राव निसंग राव कहते राजा निसंग कहते हैं जिदे वर्गा कोई भी नहीं है भाव बिना किसी शंका तो ओ परमात्मा ओ प्रभु जे तू प्रभु दे चरणी लगेगा कहते तेनू राव निसंग ही मिल जाएगा ओ प्रभु मिल जाएगा कोई देरी नहीं करेगा। रहाओ मुंद आणी मन मुखी फिर आवन जाना हर प्रभ चित ना आयो मन दूजा पाओ सहलंग। मुंद आणी मनमुखी साड़ी अंदर मत अन्नी हो गई है मुंद हो गई है आणी है मनमुखी है फिर आवन जाना अंग आवन ते जावन दा अंग साडा बन गया उहदे नाल राफ्ता कदी मरदे आ कदी जमदे आ मर मर जमै जमै फिर ये वाला हाल है कि बार बार यही है बार बार कि जन्म दे मरण दे गेड़ दे विच फिर सतगुरु जी कहंदे हर प्रभ चित ना आयो प्रभु तेनू किवें चित आएगा मन दूजा पाओ सहलंग कहे दूजा पाओ सहलंग की दूजे भाव दे विच जे तू जुड़िया रही जे उहदे नाल संग बनाया ते तेरा बहुत माड़ा हाल होएगा पर जे दूसरे भाव नू तू विसर गई कहंदे फिर तेनू हर प्रभु चित आएगा जी। हम मैल परे दो चारिया हर राखो अंगी अंग गुर अमृत सर नव लाया सब लाथे किल विख पंग। साडा हाल है असी मैल भरे हाँ हम मैल भरे दोचारिया बहुत अंदर माड़ी बिरतियां साडे अंदर दोचारिया दा मतलब है गया कि बड़े विकारी हैगियां अंदरों। हर राखो अंगी अंग तुसी अपना अंग बना के रखो सानू सानू विछोड़ो ना विसारो ना गुर अमृत सर नवलाया कहंदे ये संगत तुहानू अमृत दा सरोवर दिता है ਇਹਦੇ ਵਿੱਚ ਸਾਡੇ ਮਨ ਨੂੰ ਨਵਾ ਦਿੱਤਾ ਹੈ। ਸਭ ਲਾਥੇ ਕਿਲ ਵਿਖ ਪੰਗ ਪੰਗ ਕਹਿੰਦੇ ਹੈ ਜਿੰਨੇ ਵੀ ਤਰ੍ਹਾਂ ਦੇ ਚਿੱਕੜ ਲੱਗੇ ਨੇ ਇਹ ਪੰਜ ਤੋਂ ਬਣਿਆ ਪੰਕਜ ਤੋਂ ਪੰਕਜ ਮੋਹ ਪਗ ਨਹੀਂ ਚੱਲ ਕਹਿੰਦੇ ਜਦ ਗੁਰੂ ਦੀ ਸ਼ਰਨ ਆਵਾਂਗੇ ਸਾਡੇ ਉੱਤੋਂ ਜਿਹੜੇ ਇਹ ਕਈ ਤਰ੍ਹਾਂ ਦੇ ਮੋਹ ਦੇ ਚਿੱਕੜ ਨੇ ਇਹ ਲੱਥ ਜਾਣਗੇ ਜੀ। ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ जन नानक मन तन रंग। हे दीना दीन दयाल दीना दे दात देण वाले दीना दे उत्ते कृपा करन वाले प्रभ सत संगत मेलो संग सारा कुछ सानू भावें विसर जाए पर संगत दा मेल ना विसरे। मिल संगत हर रंग पाया क्योंकि संगत च तुहाडा पक्का रंग ही पएगा। जन नानक मन तन रंग ये रंग कला तन ते नहीं
ਇਹ ਮਨ ਤੇ ਵੀ ਚੜੇਗਾ ਜੀ। ਸੂਈ ਮਹਿਲਾ ਚੌਥਾ। ਹਰ ਹਰ ਕਰਹਿ ਨਿਤ ਕਪਟ ਕਮਾਵੈ, ਹਿਰਦਾ ਸੁਧ ਨਾ ਹੋਈ। ਅਨ ਦਿਨ ਕਰਮ ਕਰਹਿ ਬਹੁ ਤੇਰੇ, ਸੁਪਨੈ ਸੁਖ ਨਾ ਹੋਈ। ਜਿੱਥੋਂ ਅੱਜ ਦੇ ਸ਼ਬਦ ਦੀ ਵਿਚਾਰ ਆਰੰਭ ਤੋਂ ਪਹਿਲਾਂ ਅਸੀਂ ਵਿਚਾਰਾਂ ਕੀਤੀਆਂ ਸਨ ਕਿ ਜੇ ਬਾਣੀ ਤੋਂ ਟੁੱਟ ਗਏ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ। ਦਾ ਮਤਲਬ ਬੜੀ ਰਵਾਨਗੀ ਦੇ ਨਾਲ ਭਾਵੇਂ ਅਸੀਂ ਰੱਬ ਰੱਬ ਕਰ ਰਹੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਅੰਦਰੋਂ ਟੁੱਟੇ ਹੋਏ ਆ। ਅੰਦਰੋਂ ਪ੍ਰਭੂ ਦਾ ਨਾਮ ਨਹੀਂ ਹੈ, ਅੰਦਰੋਂ ਇਹ ਨਹੀਂ ਪਤਾ ਕਹਿਆ ਕਛੂ ਨਾ ਜਾਣੀ। ਵਾਹਿਗੁਰੂ ਤੇ ਬੋਲਿਆ ਪਰ ਵਾਹਿਗੁਰੂ ਦਾ ਆਨੰਦ ਤੇ ਨਹੀਂ ਲਿਆ ਨਾ, ਵਾਹਿਗੁਰੂ ਬੋਲੇ ਹੋਏ ਦਾ ਰਸ ਤੇ ਨਹੀਂ ਲਿਆ ਕਿ ਵਾਹਿਗੁਰੂ ਬੋਲੀਏ ਬੋਲੀਏ ਅੰਦਰੋਂ ਰੋਮ ਰੋਮ ਖਿੜ ਜਾਏ, ਅੰਦਰੋਂ ਸੁਰਤ ਟਿਕ ਜਾਏ, ਅੰਦਰ ਐਸਾ ਸ਼ੁਕਰਾਨਾ ਆ ਜਾਏ ਸੱਚੇ ਪਾਤਸ਼ਾਹ ਜੀ ਤੁਹਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੇ ਦਿਹਾੜੇ ਨੇ। ਇਹ ਵਾਹਿਗੁਰੂ ਬੋਲਣ ਦਾ ਹੀ ਰੰਗ ਹੈ, ਐਸਾ ਰੰਗ ਚੜੇ। ਪਰ ਜੇ ਨਹੀਂ ਚੜਿਆ ਤੇ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਕਹਿੰਦੇ ਸੂਹੀ ਮਹੱਲਾ ਚੌਥਾ, ਹਰ ਹਰ ਕਰਹਿ ਨਿਤ ਕਪਟ ਕਮਾਵੇ। ਹਰ ਹਰ ਤੇ ਕਰ ਰਹੇ ਨੇ ਪਰ ਅੰਦਰ ਕਪਟ ਹੈ, ਅੰਦਰ ਚੋਰੀ ਹੈ, ਅੰਦਰ ਠਗੀ ਹੈ। ਸਤਿਗੁਰੂ ਜੀ ਕਹਿੰਦੇ ਹਿਰਦਾ ਸੁਧ ਨਾ ਹੋਈ, ਅੰਦਰ ਹਿਰਦਾ ਸ਼ੁੱਧ ਨਹੀਂ ਹੋ ਸਕਦਾ। ਅੰਦਰ ਕਰਮ ਕਰਹਿ ਬਹੁ ਤੇਰੇ, ਕਈ ਤਰ੍ਹਾਂ ਦੇ ਕਰਮ, ਧਰਮ ਦੇ ਸਾਰੇ ਕਰਮ ਕਰੀ ਜਾਂਦੇ ਹੈ, ਸਾਰਾ ਕੁਝ ਹੈ। ਸਾਨੂੰ ਲੱਗਦਾ ਸੇਵਾ ਸਿਮਰਨ ਦਾ ਤੇ ਸਿਖਰ ਹੈ ਉਹਨਾਂ ਲੋਕਾਂ ਕੋਲ, ਪਰ ਮਹਾਰਾਜ ਜੀ ਕਹਿੰਦੇ ਸੱਚਾਈ ਸੁਪਨੇ ਸੁਖ ਨਾ ਹੋਈ ਕਿ ਉਹਨਾਂ ਨੂੰ ਤੇ ਸੁਪਨੇ ਵਿੱਚ ਵੀ ਸੁਖ ਨਹੀਂ, ਕਿਉਂਕਿ ਮਨ ਟਿਕਿਆ ਨਹੀਂ ਹੈ ਜੀ। ਗਿਆਨੀ ਗੁਰ ਬਿਨ ਭਗਤ ਨਾ ਹੋਈ, ਕੋਰੈ ਰੰਗ ਕਦੇ ਨਾ ਚੜੈ, ਜੇ ਲੋਚੈ ਸਭ ਕੋਈ ਰਹਾਉ। ਹੇ ਗਿਆਨਵਾਨ, ਹੇ ਗਿਆਨੀ ਕਹਿਣ ਵਾਲੇ ਆਪਣੇ ਆਪ ਨੂੰ, ਗੁਰਬਿਨ ਭਗਤ ਨਾ ਹੋਈ, ਇਹ ਭਗਤੀ ਪ੍ਰਵਾਨ ਨਹੀਂ ਹੈ। ਤੂੰ ਲੱਖਾਂ ਵਾਰੀ ਭਾਵੇਂ 100 ਗੇੜਾ ਆਵੋ ਜਾਓ ਇਹ ਕਰ ਲੈ, ਭਾਵੇਂ ਬੱਦਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਨਾ ਤੇਰੇ 'ਚ ਗੁਣ ਪੈਦਾ ਹੋਣਗੇ, ਨਾ ਤੇਰੇ ਅੰਦਰ ਸ਼ਰਧਾ ਭਾਵਨਾ ਤੇ ਉਪਕਾਰ ਪਰਉਪਕਾਰ ਪੈਦਾ ਹੋਏਗਾ। ਗਿਆਨੀ ਗੁਰਬਿਨ ਭਗਤ ਨਾ ਹੋਈ, ਸੇਵਾ ਕਰਕੇ ਵੀ ਜੇ ਕ੍ਰੋਧੀ ਹੈ ਤੇ ਫਿਰ ਭਗਤ ਨਹੀਂ ਹੈ। ਸਿਮਰਨ ਕਰਕੇ ਵੀ ਅੰਦਰ ਦੀ ਅਵਸਥਾ ਨਹੀਂ ਬਦਲੀ, ਫਿਰ ਇਹ ਭਾਵਨਾ ਕਹਿੰਦੇ ਭਗਤੀ ਨਹੀਂ ਹੈ। ਕੋਰਾ ਰੰਗ ਕਦੇ ਨਾ ਚੜ੍ਹੈ, ਤੂੰ ਤੇ ਕੋਰਾ ਕੱਪੜਾ ਲੈ ਕੇ ਆਇਆ ਤੇ ਤੂੰ ਕਹਿੰਦਾ ਮੈਂ ਆਪਣੇ ਆਪ ਹੀ ਪ੍ਰਭੂ ਦੇ ਸਿਮਰਨ ਦਾ ਰੰਗ ਚਾੜ ਲਾਂਗਾ। ਭਾਈ ਗੁਰੂ ਤੋਂ ਭਾਵਨਾ ਦੀ ਪਾਣ ਚਾੜ। ਪਹਿਲਾਂ ਅਰਦਾਸ ਕਰ, ਸੱਚਾ ਪਾਤਸ਼ਾਹ ਕਿਰਪਾ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੁਸੀਂ ਤੇ ਸਾਹਿਬਜ਼ਾਦਿਆਂ ਨੂੰ ਛੱਡ ਕੇ ਮਾਤ ਗੁਜਰੀ ਦਾ ਵਿਛੋੜਾ, ਛੋਟਿਆਂ ਦਾ ਵਿਛੋੜਾ, ਗੁਰੂ ਕੇ ਮਹਿਲ ਦਾ ਵਿਛੋੜਾ, ਗੁਰੂ ਕੇ ਸਿੱਖਾਂ ਨੂੰ ਤੁਸੀਂ ਆਪਣੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਕੇ ਵੇਖਿਆ, ਤੇ ਤੁਹਾਡੇ ਵਰਗਾ ਸਿਮਰਨ ਕੌਣ ਕਰ ਸਕਦਾ ਹੈ। ਜਬ ਡੇਢ ਘੜੀ ਗੁਜ਼ਰੀ ਜ਼ਿਕਰੇ ਖੁਦਾ में, खेमे से निकल आए सरकारे हवा में। ਕਿ ਕੀ ਕੀਤਾ? ਕਹਿੰਦੇ ਉੱਥੇ ਫਿਰ ਕਹਿੰਦੇ ਟਹਿਲਤੇ ਥੇ, ਤੇ ਕਹਿੰਦੇ ਟਹਿਲਤੇ ਹੋਏ ਕਹਿੰਦੇ ਸੀ ਰਾਜ਼ੀ ਹੂੰ ਤੇਰੀ ਰਜ਼ਾ में। ਤੇ ਫਿਰ ਕੀ ਕਿਹਾ? ਕਹਿੰਦੇ ਕਰਤਾਰ ਸੇ ਬੋਲੇ ਗੋਇਆ रूबरू होके, कल जाऊंगा चमकौर से सुरखरू होके। ਇਸ ਰੂਪ ਦੇ ਵਿੱਚ ਕਿ ਸਤਿਗੁਰ ਜੀ ਤੁਸੀਂ ਤੇ ਅੱਧੀ ਰਾਤ ਵੀ कि कुछ लेट गए ज़मीं पे, जी पोश बिछा कर, कुछ देने लगे पहरा शस्त्र को उठाकर, ते फिर गोबिंद भी शब्बास हुए खेमे में जाकर। ते फिर सिखा नूं लगदा कि गुरु सौ गए, पर नहीं, देखा तो वहाँ बैठे थे गर्दन को झुकाकर, वाहिगुरु 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 है मुख से निकलता, है तू ही तू है मुख से निकलता। कि गुरु जे सिमरन है तो फिर ये सिमरन है कि जद कुछ भी नहीं है, तेगां दियां धारां उत्ते बह के भी तू चौकड़ा लाया सच्चे पातशाह, ये भगती है। ते सानू भगती क्यों नहीं आई ये वाली? सानू ते तुसी मखमलियां सेजां बख्श दित्तियां, सोने घर मंदिर महल बख्श दिते, पर असी अंदर पाण नहीं चाड़ सके भावना दी। ते सतगुरु गुरु रामदास जी कहंदे कोरा रंग कदे ना चढ़ै, मन कोरा होए ते ये रंग नहीं चढ़दा, जे लोचै सब कोई। सारे भावें इकट्ठे हो के असी ये वाहिगुरू वाहिगुरू उच्चा उच्चा भी करिए, मैनू खिमा बख्शियो,
ਪਰ ਸਤਿਗੁਰੂ ਜੀ ਕਹਿੰਦੇ ਭਾਵਨਾ ਲੈ ਕੇ ਆਓ ਭਾਈ, ਕਿਉਂਕਿ ਇਕੱਲਾ ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਵੀ ਹਉਮੈ ਦਾ ਇੰਨਾ ਵੱਡਾ ਸ਼ਿਕਾਰੀ ਹੋ ਜਾਂਦਾ ਹੈ, ਉਹਨੂੰ ਲੱਗਦਾ ਮੇਥੋਂ ਵੱਡਾ ਕੋਈ ਭਗਤ ਹੈ ਹੀ ਨਹੀਂ, ਤੂੰ ਕੌਣ ਹੁੰਦਾ ਹੈ ਮੈਨੂੰ ਦੱਸਣ ਵਾਲਾ। ਸਤਿਗੁਰੂ ਜੀ ਕਹਿੰਦਾ ਨਾ ਭਾਈ, ਇਹ ਸਿਮਰਨ ਨਹੀਂ ਪ੍ਰਵਾਨ। ਸਿਮਰਨ ਤੇ ਉਹ ਹੈ ਅੰਦਰ ਭਾਵਨਾ ਦੀ ਐਸੀ ਪਾਣ ਚੜੀ ਹੋਏ। ਤੇ ਗੁਰੂ ਰਾਮਦਾਸ ਵਰਗਾ ਵੀ ਇਹ ਗੱਲ ਦੇ ਵਿੱਚ ਪੱਲੂ ਪਾ ਕੇ ਗੁਰੂ ਪਾਤਸ਼ਾਹ ਜੀ ਕਹਿਣ ਕਿ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ। ਇਹ ਹੈ ਐਸੀ ਸਿਮਰਨ ਦੀ ਬਖਸ਼ਿਸ਼, ਇਹ ਪਾਣ ਹੈ ਜੀ ਭਾਵਨਾ ਦੀ। ਸਤਿਗੁਰੂ ਜੀ ਤੋਂ ਅਸੀਂ ਭਾਵਨਾ ਮੰਗੀਏ ਤੇ ਫਿਰ ਇਹ ਸਾਡੀ ਬੰਦਗੀ ਪ੍ਰਵਾਨ ਹੈ। ਰਹਾਓ ਜਪ ਤਪ ਸੰਜਮ ਵਰਤ ਕਰੇ ਪੂਜਾ, ਮਨ ਮੁਖ ਰੋਗ ਨ ਜਾਈ, ਅੰਤਰ ਰੋਗ ਮਹਾ ਅਭਿਮਾਨਾ, ਦੂਜੈ ਭਾਏ ਖੁਆਈ। ਫਿਰ ਉਸ ਹਉਮੈ ਦੇ ਵਿੱਚ ਪਾਣ ਤੋਂ ਬਿਨਾਂ, ਪਾਣ ਦਾ ਮਤਲਬ ਪਤਾ ਕੀ ਹੈ? ਜਿਸ ਤਰ੍ਹਾਂ ਮੈਂ ਫਿਰ ਦੱਸਦਾ, ਰੰਗਰੇਜ਼ ਕੋਲ ਜਾਂਦੇ ਆ, ਲਲਾਰੀ ਕੋਲ ਜਾਂਦੇ ਆ, ਉਹ ਕੱਪੜੇ ਨੂੰ ਰੱਖ ਲੈਂਦਾ, ਕਹਿੰਦੇ ਤੁਸੀਂ ਛੱਡ ਜਾਓ ਕੱਪੜਾ, ਕਿਉਂਕਿ ਐਵੇਂ ਨਹੀਂ, ਪਹਿਲਾਂ ਇੱਥੇ ਪਾਣ ਚਾੜਨੀ ਪਏਗੀ। ਭਾਂਡੇ 'ਚ ਸੋਡਾ ਪਾਉਂਦਾ ਹੈ, ਕਈ ਵਾਰੀ ਲੂਣ ਪਾਉਂਦਾ ਹੈ, ਕਈ ਵਾਰੀ ਕਈ ਚੀਜ਼ਾਂ ਪਾਉਂਦਾ ਹੈ ਉਹ, ਤੇ ਫਿਰ ਬੜੇ ਹਿਸਾਬ ਦੇ ਨਾਲ ਉਹ ਰੰਗ ਪਾ ਦਿੰਦਾ, ਫਿਰ ਰੰਗ ਝੱਟ ਫੜ ਲੈਂਦਾ। ਇਸ ਕਰਕੇ ਗੁਰੂ ਕਹਿੰਦਾ ਹੈ ਕਿ ਤੁਸੀਂ ਆਏ ਹੋ ਨਾ, ਤੁਸੀਂ ਕਾਲ ਨਾ ਕਰੋ, ਤੁਸੀਂ ਮੇਰੇ ਕੋਲ ਆਪਣੇ ਮਨ ਨੂੰ ਧਰ ਕੇ ਜਾਓ, ਰੱਖ ਕੇ ਜਾਓ। ਸਰੀਰ ਤੁਹਾਡਾ ਭਾਵੇਂ ਕੰਮ ਕਰਦਾ ਰਹੇ, ਪਰ ਸੁਰਤ ਤੁਹਾਡੇ ਗੁਰੂ ਦੇ ਚਰਨਾਂ ਵਿੱਚ ਰਹੇ। ਫਿਰ ਮੈਂ ਆਪੇ ਹੀ ਪਾਣ ਚਾੜ ਦੇਣੀ ਹੈ, ਆਪੇ ਰੰਗ ਚਾੜ ਦੇਣਾ। ਤੁਸੀਂ ਫਿਰ ਆਪ ਮਾੜ ਬਾਹਰ ਦੇ ਕਰਮ ਕਾਂਡਾਂ ਦੇ ਵਿੱਚ ਨਹੀਂ ਪਾਓਗੇ, ਪਰ ਜਿਹੜੇ ਪਏ ਹੋਏ ਨੇ ਜਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨਾ ਜਾਈ। ਹੁਣ ਅੰਦਰ ਹਉਮੈ ਦਾ ਰੋਗ ਤੇ ਨਹੀਂ ਜਾਂਦਾ, ਕਿਉਂਕਿ ਮਹਾਰਾਜ ਜੀ ਨੇ ਕਿਹਾ ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਇਹ ਰੋਗ ਜਿੰਨਾ ਚਿਰ ਤੱਕ ਹੈ ਨਾਮ ਨਹੀਂ ਜਪਿਆ ਜਾ ਸਕਦਾ। ਅੰਤਰ ਰੋਗ ਮਹਾ ਅਭਿਮਾਨਾ, ਦੂਜਾ ਭਾਏ ਖੁਆਈ। ਉਹ ਹਉਮੈ ਦੇ ਰੋਗ 'ਚ ਨਾਮ ਤੇ ਨਹੀਂ ਜਪ ਸਕਦਾ, ਪਰ ਦੂਜੇ ਪਾਸੇ ਖੁਆਰ ਹੁੰਦਾ ਹੈ ਜੀ। ਬਾਹਰ ਪੇਖ ਬਹੁਤ ਚਤੁਰਾਈ, ਮਨੁਆ ਦਹਿ ਦਿਸ ਤਾਵੈ, ਹਉਮੈ ਵਿਆਪਿਆ ਸ਼ਬਦ ਨਾ ਚੀਨੈ, ਫਿਰ ਫਿਰ ਜੂਨੀ ਆਵੈ। ਬਸ ਇਹ ਫਰਕ ਹੋ ਜਾਂਦਾ ਹੈ। ਇੱਕ ਉਹ ਹੈ ਜਿਹੜਾ ਭਿੱਜਿਆ ਹੋਇਆ ਸਿਮਰਨ ਦੇ ਵਿੱਚ, ਉਹ ਕਿਸੇ ਨੂੰ ਜਾ ਕੇ ਦੱਸਦਾ ਨਹੀਂ ਕਿ ਮੈਂ ਵੀ ਸਿਮਰਨ ਕਰਦਾ, ਉਹ ਚੁੱਪ ਹੈ। ਦੁਨੀਆ ਜਾਣ ਜਾਂਦੀ ਹੈ ਕਿ ਭਾਈ ਇਹਦੇ ਅੰਦਰ ਕੁਛ ਹੈ। ਇੱਕ ਹਉਮੈ ਦਾ ਭਰਿਆ ਹੋਇਆ ਸਿਮਰਨ ਤੇ ਕਰ ਰਿਹਾ, ਉਹ ਹਰ ਇੱਕ ਨੂੰ ਜਾ ਕੇ ਉਂਗਲ ਮਾਰੇਗਾ, ਮੈਂ ਵੀ ਸਿਮਰਨ ਕਰਦਾ, ਮੈਂ ਵੀ ਸਿਮਰਨ ਕਰਦਾ, ਪਰ ਅਗਲੇ ਬੰਦੇ ਨੂੰ ਪ੍ਰਤੀਤ ਨਹੀਂ ਆਉਂਦੀ ਭਾਈ ਤੂੰ ਕਿਹੜਾ ਸਿਮਰਨ ਕਰਦਾ, ਇਹ ਤੇ ਨਹੀਂ ਹੈ ਸਿਮਰਨ। ਇਸ ਕਰਕੇ ਇਹ ਫਰਕ ਹੈ। ਇੱਕ ਜਿੰਨੇ ਕਰ ਲਿਆ, ਜਿਨ ਹਰ ਪਾਇਓ ਤਿਨਹਿ ਛੁਪਾਇਓ, ਉਹ ਚੁੱਪ, ਪਰ ਦੁਨੀਆ ਨੂੰ ਪਤਾ ਲੱਗ ਰਿਹਾ, ਕਿਉਂਕਿ ਐਸਾ ਨਾਮ ਰਤਨ ਨਿਰਮੋਲਕ ਪੁਨ ਪਦਾਰਥ ਪਾਇਆ। ਫਿਰ ਇਸ ਰਤਨ ਨੂੰ ਛੁਪਾਉਣ ਦੀ ਵੀ ਕੋਸ਼ਿਸ਼ ਕਰੀਏ। ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ। ਇੱਕ ਕੋਲ ਰਤਨ ਨਹੀਂ ਹੈ, ਉਹ ਢੰਡੋਰਾ ਪਿੱਟ ਰਿਹਾ, ਮੈਂ ਵੀ ਕਰਦਾ ਸਿਮਰਨ, ਜਿੱਥੇ ਜਿੱਥੇ ਜਾਂਦਾ ਮੈਂ ਵੀ ਕਰਦਾ, ਮੈਂ ਵੀ ਕਰਦਾ। ਪਰ ਸਤਿਗੁਰੂ ਜੀ ਕਹਿੰਦੇ ਬਾਹਰ ਭੇਖ ਬਹੁਤ ਚਤੁਰਾਈ। ਇਸ ਭੇਖ ਦਾ ਭਾਈ ਤੂੰ ਲੱਖਾਂ ਵਾਰੀ ਲੋਕਾਂ ਨੂੰ ਕਹਿ ਦੇ ਨਾ ਕਰਦਾ, ਇੱਕ ਵਾਰੀ ਤੇ ਮੰਨ ਲਏਗਾ, ਅਗਲੀ ਵਾਰੀ ਤੇਰੇ ਤੋਂ ਦੂਰ ਹੋ ਜਾਏਗਾ। ਭਾਈ ਜੇ ਸਿਮਰਨ ਇਵੇਂ ਹੁੰਦਾ ਫਿਰ ਇਹਨਾਂ ਲੋਕਾਂ ਤੋਂ ਦੂਰੀ ਚੰਗੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨਾ ਭਾਈ ਇਹ ਭੇਖ ਨਾ ਬਣਾਓ, ਅੰਦਰੋਂ ਗੁਰੂ ਦੀ ਕਿਰਪਾ ਮੰਗੋ। ਬਾਹਰ ਭੇਖ ਬਹੁਤ ਚਤੁਰਾਈ, ਮਨੁਆ ਦਹਿ ਦਿਸ ਧਾਵੈ। ਮਨ ਤੇ ਟਿਕਦਾ ਨਹੀਂ, ਅੰਦਰ ਕਲੇਸ਼ ਹੈ। ਹਉਮੈ ਵਿਆਪਿਆ ਸ਼ਬਦ ਨਾ ਚੀਨੈ, ਹਉਮੈ ਦੇ ਵਿੱਚ ਸ਼ਬਦ ਦੇ ਦਰਸ਼ਨ ਨਹੀਂ ਕੀਤੇ, ਪਛਾਣ ਨਹੀਂ ਕੀਤੀ, ਫਿਰ ਜੂਨੀ ਆਵੈ। ਉਹ ਮਨ ਬਾਰ-ਬਾਰ ਜੂਨੀਆਂ 'ਚ ਹੀ ਪੈਂਦਾ ਹੈ ਜੀ। ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਤੇ ਆਏ, ਗੁਰ ਪ੍ਰਸਾਦੀ ਏਕੋ ਬੂਝੈ, ਏਕ ਸਮਾਹੇ ਸਮਾਏ। ਹਾਂ, ਜੇ ਕਿੱਥੇ ਪ੍ਰਭੂ ਨਦਰ ਕਰ ਦੇਣ ਤੇ ਇਹ ਸੁਪਰ ਭਰੇ ਊਣਿਆਂ ਨੂੰ ਵੀ ਭਰ ਦਿੰਦਾ ਇਹ ਗੁਰੂ। ਇਹ ਨਹੀਂ ਕਿ ਜਿਹਦੇ ਕੋਲ ਕੁਛ ਵੀ ਨਹੀਂ, ਹਉਮੈ ਦਾ ਭਰਿਆ ਭਾਂਡਾ, ਜੇ ਗੁਰੂ ਦੀ ਨਦਰ ਹੋ ਜਾਏ ਤੇ ਉਹਦਾ ਵੀ ਭਾਂਡਾ ਅੰਮ੍ਰਿਤ ਨਾਮ ਨਾਲ ਭਰ ਦਿੰਦਾ ਹੈ। ਪਰ ਇਹ ਨਦਰ ਸਤਿਗੁਰੂ ਜੀ ਤੋਂ ਲੈਣੀ ਪਏਗੀ, ਸਤਿਗੁਰੂ ਜੀ ਦੇ ਦੁਆਰੇ ਆਉਣਾ ਪਏਗਾ। ਏਤ ਦੁਆਰੇ ਧੋਏ ਹੱਛਾ ਹੋਏ ਸੀ,
ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ। ਉਹ ਧਿਆ ਸਕਦਾ ਹੈ ਜਿਸ ਤੇ ਨਦਰ ਹੋਏ। ਗੁਰ ਪ੍ਰਸਾਦੀ ਏਕੋ ਬੂਝੈ। ਉਹ ਫਿਰ ਗੁਰੂ ਦੀ ਕਿਰਪਾ ਨਾਲ ਸਾਹਿਬ ਮੇਰਾ ਇੱਕੋ ਹੈ, ਏਕੋ ਹੈ ਭਾਈ, ਇੱਕ ਸਮਾਹੇ ਸਮਾਏ। ਇੱਕ ਤੋਂ ਬਿਨਾ ਦੂਜਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਗੁਰੂ ਕੇ ਸਿੱਖੋ, ਕੱਲ 10 ਲੱਖ ਦਾ ਘੇਰਾ ਸਵੇਰੇ ਹੈ, ਜੇ ਜਾਣਾ ਤੇ ਚੜੇ ਚਲੇ ਜਾਓ, ਕੱਲ ਨਹੀਂ ਰਹੋਗੇ ਤੁਸੀਂ। ਗੁਰੂ ਗੋਬਿੰਦ ਸਿੰਘ ਦੇ ਸਿੱਖ ਕਹਿੰਦੇ ਮਹਾਰਾਜ ਜੀ ਇੱਕ ਸਮਾਹੇ ਸਮਾਏ, ਹੁਣ ਦੂਜਾ ਕੋਈ ਨਹੀਂ, ਹੁਣ ਤੁਸੀਂ ਹੋ ਬਸ, ਹੁਣ ਕੋਈ ਨਹੀਂ। ਹੁਣ ਨਿਕਲੇ ਸੀ ਤੇ ਹੁਣ ਤੁਹਾਡੇ ਪਿੱਛੇ ਨਿਕਲੇ ਸੀ, ਹੁਣ ਸਾਨੂੰ ਪਤਾ ਹੈ ਹੁਣ ਜਾਵਾਂਗੇ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਹੀ ਸਮਾਵਾਂਗੇ। ਇਸ ਕਰਕੇ ਇਹ ਭਾਵਨਾ ਹੈ। ਕੱਲ ਇਸ ਤਰ੍ਹਾਂ ਦਾ ਸਮਾਗਮ ਉਲੀਕਿਆ ਗਿਆ ਹੈ। 8:45 ਤੱਕ ਕੀਰਤਨ ਹੋਏਗਾ। ਕੱਲ ਸਹਿਜ ਪਾਠ ਅਸੀਂ ਨਹੀਂ ਕਰਾਂਗੇ। ਕੱਲ ਅਸੀਂ 8:45 ਤੋਂ ਲੈ ਕੇ 9:30 ਤੱਕ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦਾ